हाँ जी, कल जो टॉपिक कर रहे थे उस कंप्लीट कर रहे हैं। उस आप किया सीगा टॉर्क एक्टिंग ऑन ए करंट कैरिंग कॉयल वैन प्लेस्ड इन मैग्नैटिक फील्ड कि जो कोई करंट कैरिंग कॉयल मैग्नैटिक फील्ड के इन्फ्लुएंस च पई आ ते पुत उहदे ते टॉर्क जिहड़ा लाई करदा वो किहड़े-किहड़े वेरीएबल ते डिपेंडेंट आ। ठीक है, हुण जेड़े कल नहीं सके वो एक बारी वीडियो जरूर देख लियो। ठीक है जी, तां तुहानूं टॉपिक जिहड़ा वा वो कंटिन्यूटी च समझ आना बेटा। अगला टॉपिक तो समझ आ जाएगा। कल जिहड़ा करदे सी वो थोड़ा जिहा औखा करेगा जे वीडियो नहीं देखी हजे तक ते। ठीक है, मैं जस्ट उहनूं कंप्लीट कर देवां। उहदे च लास्ट असीं जिहड़ा कीता सीगा जो छोटी छोटी डायग्राम लैके उहनूं कंप्लीट कर रहे हां। ਉਹ ਚ ਅਸੀਂ ਇਹ ਕਿਹਾ ਸੀਗਾ ਕਿ ਆਪਣੇ ਕੋਲ ਇੱਕ ਰੈਕਟੈਂਗੂਲਰ ਕੁਆਇਲ ਆ। ਇਸ ਰੈਕਟੈਂਗੂਲਰ ਕੁਆਇਲ ਨੂੰ ਤੁਸੀਂ ਮੈਗਨੈਟਿਕ ਫੀਲਡ ਚ ਰੱਖਿਆ ਸੀਗਾ ਔਰ ਮੈਗਨੈਟਿਕ ਫੀਲਡ ਦੇ ਕਰਕੇ ਇਸ ਕੁਆਇਲ ਦੀ ਹਰ ਆਰਮ ਦੇ ਉੱਪਰ ਅਸੀਂ ਕਿਹਾ ਸੀ ਜੀ ਸਾਡੇ ਕੋਲ ਫੋਰਸਿਸ ਅਲਾਈ ਕਰਦੀਆਂ। ठीक है, ਇਹਦੇ ਚ ਆਪਣੇ ਕੋਲ ਆ ਗਈ F1 F2 F3 F4 ਤੇ ਆਪਾਂ ਬੇਟਾ ਉਹਦੇ ਚ ਲਾਸਟ ਇਹ ਕੀਤਾ ਸੀਗਾ ਕਿ ਵੀ ਇਸ ਰੈਕਟੈਂਗੂਲਰ ਕੁਆਇਲ ਦੀ ਜਿਹੜੀਆਂ 4 ਆਰਮਸ ਨੇ ਆ ਮੇਰੀ ਰੈਕਟੈਂਗੂਲਰ ਕੁਆਇਲ ਹੋ ਗਈ ਇਹਦੀਆਂ 4 ਆਰਮ ਚੋਂ ਜਦੋਂ ਕਰੰਟ ਪਾਸ ਹੁੰਦਾ ਪਿਆ ਔਰ ਇਹ ਕੁਆਇਲ ਮੈਗਨੈਟਿਕ ਫੀਲਡ ਚ ਪਈ ਆ ਤੇ ਅਸੀਂ ਕਿਹਾ ਸੀ ਇਸ ਕੁਆਇਲ ਦੀ ਹਰ ਆਰਮ ਤੇ ਫੋਰਸ ਲਾਈ ਕਰਦੀ ਹੈ। ਉਹ ਚ ਅਸੀਂ ਡਾਇਰੈਕਸ਼ਨ ਵਾਈਜ਼ ਇਹ ਕੱਢਿਆ ਸੀਗਾ ਕਿ ਇਸ ਆਰਮ ਦੀ ਤੇ ਇਸ ਆਰਮ ਦੀ ਫੋਰਸ ਜਿਹੜੀ ਆ वो इक्वल ओपोजिट ते सेम लाइन ऑफ एक्शन ते होने करके एक दूजे नाल कैंसल हो जाती है ते जेड़ियां बाकी पेंडिंग दो आर्म्स ने इन्हां दे भी फोर्सेस इक्वल एंड ओपोजिट आ पर वो एक दूजे दे लाइन ऑफ एक्शन डिफरेंट होने करके इन्हां फोर्सेस दे नेट फोर्स ते जीरो बनाई पर इन्हां ने अंडर कहंदा जी एज सच कपल ऑफ फोर्स इस बॉडी नू इस कॉयल नू उन्हां ने रोटेट कराता पुੱਤ ਤੇ ਜਦੋਂ ਮੇਰੀ ਕੁਆਇਲ ਮੈਗਨੈਟਿਕ ਫੀਲਡ ਦੇ ਅੰਦਰ ਰੋਟੇਟ ਕਰਦੀ ਤਾਂ ਅਸੀਂ ਕਹਿੰਦੇ ਜੀ ਕੁਆਇਲ ਤੇ ਟਾਰਕ ਐਕਟ ਕਰਦਾ ਵਾ ਤੇ ਟਾਰਕ ਦਾ ਲਾਸਟ ਫਾਰਮੂਲਾ ਆਪਾਂ ਜਿਹੜਾ ਕੀਤਾ ਸੀ ਕੋਈ ਬੋਲੇਗਾ ਕਿੰਨਾ ਆਇਆ ਸੀ ਪੁੱਤ ਰਿਸਪੌਂਡ ਕਰਿਆ ਕਰੋ ਬੱਚੇ ਇਹਦਾ ਸੱਚੀ ਪੜਾਉਣ ਦਾ ਦਿਲ ਕਰਦਾ AB cos थीटा ਇੱਕ ਜਣਾ ਬੋਲ ਰਿਹਾ ਉਹਦੇ ਕੋਲ ਕਿਤੇ ਲਿਖਿਆ ਉਹ ਬੋਲ ਰਿਹਾ ਬਾਕੀ ਜਣੇ ਨੇ ਜਾਂ ਤਾਂ ਪੜਿਆ ਹੀ ਨਹੀਂ ठीक है तो यहाँ चेता ही कुछ नहीं। क्या टॉपिक चेता जड़ा गल कीता आपां Yes, sir. Yes, sir. yes sir ਉਹਦਾ ਲਾਸਟ ਰਿਜ਼ਲਟ ਸਾਡੇ ਕੋਲ ਆਇਆ ਸੀ ਟਾਰਕ ਇਕੁਅਲ ਟੂ NIAB ਇਨਟੂ cos ਥੀਟਾ। ਥੀਟਾ ਐਂਗਲ ਅਸੀਂ ਡਿਫਾਈਨ ਕੀਤੇ ਸੀ ਕਿ ਤੁਹਾਡੇ ਕੋਲ ਇਸ ਥਾਂ ਤੇ ਐਂਗਲ ਜਿਹੜਾ ਵਾ ਠੀਕ ਹੈ ਜੀ ਥੀਟਾ ਸੀਗਾ ਯਾਨੀ ਜਿਹੜੀ ਕਰੰਟ ਕੈਰਿੰਗ ਕੰਡਕਟਰ ਆ ਠੀਕ ਹੈ ਕਰੰਟ ਕੈਰਿੰਗ ਆਰਮ ਆ ਗਈ ਜਿਹੜੀ ਤੇ ਜਿਹੜਾ ਮੇਰੇ ਕੋਲ ਮੈਗਨੈਟਿਕ ਫੀਲਡ ਹੈ ਇਹਨਾਂ ਵਿੱਚ ਐਂਗਲ ਅਸੀਂ ਥੀਟਾ ਲਿੱਤਾ ਸੀ ਤੇ ਇਹਦੇ ਵਿੱਚ ਹੁਣ ਅੱਗੇ ਇਸ ਕੋ ਕੰਟੀਨਿਊ ਕੀ ਕਰ ਰਿਹਾ ਇੰਪੋਰਟੈਂਟ ਆ ਨੂਮੈਰੀਕਲ ਵਾਸਤੇ ਠੀਕ ਹੈ ਉਹਨੇ ਥੀਟਾ ਨੂੰ ਇੱਕ ਨਵੇਂ ਐਂਗਲ 'ਚ ਕਨਵਰਟ ਕਰਨਾ ਜਿਹਨੂੰ ਐਲਫਾ ਕਹਿਣ ਲੱਗੇ ਆ। ਐਲਫਾ ਹੈ ਕਿਹੜਾ ਐਂਗਲ ਆ ਉਹਨੂੰ ਸਮਝਿਓ ਧਿਆਨ ਨਾਲ। ਥੀਟਾ ਇਜ਼ ਦਾ ਐਂਗਲ ਬਿਟਵੀਨ theta is the angle between magnetic field intensity and current vector current element vector ਜਿਹੜਾ ਸੀਗਾ। ਹੁਣ ਜੇ ਇਸੇ ਚੀਜ਼ ਦੇ ਅੰਦਰ ਆਪਾਂ ਥੋੜਾ ਜਿਹਾ ਨੂੰ ਹੋਰ ਕੰਟੀਨਿਊ ਕਰੀਏ ਬੇਟਾ ਤੇ ਆਪਾਂ ਪੁੱਤ ਪਿੱਛੇ 3rd A ਚ ਇੱਕ ਟਰਮ ਪੜ੍ਹੀ ਆ ਠੀਕ ਹੈ ਆਪਾਂ ਕਿਹਾ ਸੀ ਕਿ ਜਦੋਂ ਕਰੰਟ ਕੈਰਿੰਗ ਕੁਆਇਲ ਚੋਂ ਕਰੰਟ ਪਾਸ ਹੁੰਦਾ ਤੇ ਦਿਸ ਕੁਆਇਲ ਸ਼ੁੱਡ ਆਲਸੋ ਬਿਹੇਵ ਐਜ਼ ਐਨ ਮੈਗਨੇਟ। ਜੇ ਮੇਰੀ ਕੁਆਇਲ ਮੈਗਨੇਟ ਦੀ ਤਰ੍ਹਾਂ ਬਿਹੇਵ ਕਰ ਰਹੀ ਹੈ ਨਾ ਤੇ ਕਿਸੇ ਵੀ ਮੈਗਨੇਟ ਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਹੁੰਦੀ ਹੈ ਤੇ ਜੇ ਮੈਂ ਇਸ ਮੈਗਨੇਟ ਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਕੱਢਣੀ ਹੋਵੇ ਇਸ ਮੈਗਨੇਟ ਦੀ ਤੇ ਇਹਦੇ ਵਿੱਚ ਆ ਜਿਹੜੇ ਫੈਕਟਰ ਆਉਂਦੇ ਪਏ NIA ਠੀਕ ਹੈ 3rd A ਦੇ ਇੱਕ ਟੌਪਿਕ ਚ ਅਸੀਂ ਆਲਰੇਡੀ ਮੈਗਨੈਟਿਕ ਡਾਈਪੋਲ ਮੂਵਮੈਂਟ ਡਿਫਾਈਨ ਕੀਤੀ ਹੋਈ ਆ ਉਸੇ ਦੀ ਗੱਲ ਕਰ ਰਹੇ ਹਾਂ। ਇਹ ਚ ਅਸੀਂ ਕਹਾਂਗੇ ਪੁੱਟ NIA NIA equal to M where M is taken to be the magnetic dipole moment ठीक है और ਇਹਦੇ ਲਈ ਆਪਾਂ ਇੱਕ ਹੋਰ ਚੀਜ਼ ਜਿਹੜੀ ਸਮਝਣ ਵਾਲੀ ਆ ਨੂਮੈਰੀਕਲ ਵਾਸਤੇ ਮੈਗਨੈਟਿਕ ਡਾਈਪੋਲ ਮੂਵਮੈਂਟ ਵੈਕਟਰ ਆ ਇਹਦੀ ਡਾਇਰੈਕਸ਼ਨ ਕਿੱਧਰ ਨੂੰ ਆ ਤੇ ਉਹਦੇ ਲਈ ਅਸੀਂ ਕਿਹਾ ਸੀਗਾ ਮੈਗਨੈਟਿਕ ਡਾਈਪੋਲ ਮੂਵਮੈਂਟ ਵੈਕਟਰ ਦੀ ਡਾਇਰੈਕਸ਼ਨ ਹਮੇਸ਼ਾ ਤੁਹਾਡੇ ਗਿਵਨ ਏਰੀਆ ਦੇ ਪਰਪੈਂਡੀਕੂਲਰ ਹੋਏਗੀ। मतलब इन्हों इदा समझाऊंगा कि जे आ मान लो मेरे को एक सर्कुलर लूप आ इचो करंट पास हो रहा ठीक है आ मेरा गिवन एरिया वा जिहदे च दी करंट पास हो रहा या आ मेरा गिवन एरिया वा रेक्टेंगल दी शेप च जिहदे चो करंट पास हो रहा ते सब तो पहलो इहदा एरिया वैक्टर ड्रॉ कर लो। जे मैं इहदा एरिया वैक्टर ड्रॉ करा ते एरिया वैक्टर गिवन एरिया दे हमेशा परपेंडिकुलर ते आउटवर्ड लेने
जे आ सरफेस है ਇਹਦਾ ਏਰੀਆ ਵੈਕਟਰ ਦੇ ਪਰਪੈਂਡੀਕੂਲਰ ਤੇ ਆਊਟਵਰਡ ਤੇ ਜੋ ਡਾਇਰੈਕਸ਼ਨ ਇਹਦੇ ਏਰੀਆ ਵੈਕਟਰ ਦੀ ਹੋਏਗੀ ਉਹੀ ਡਾਇਰੈਕਸ਼ਨ ਮੈਗਨੈਟਿਕ ਡਾਈਪੋਲ ਮੂਵਮੈਂਟ ਵੈਕਟਰ ਦੀ ਹੋਏਗੀ। ਕੀ ਆ ਗੱਲ ਸਮਝ ਲੱਗੀ? Yes, sir. Yes, sir. m वेक्टर बनेगा ना, इस m वेक्टर दी डायरेक्शन इस एरिया वेक्टर वाली डायरेक्शन होएगी ते एरिया वेक्टर गिवन एरिया दे हमेशा परपेंडिकुलर हुंदा ते इसे फार्मूले नु जे मैं लिख दवां ते टॉर्क आ गया mb cos थीटा। हुण बच्चे इत्थे एक ना गलती हो जांदी, कई बारी गलती ये हो जांदी कि ਅਸੀਂ लिख ਦਾਂਗੇ कि भी ये दो वेक्टर आ नाल एंगल cos आ, इसलिए नु डॉट प्रोडक्ट लिख सकते हैं ਆਪਾਂ ab cos थीटा नु a वेक्टर डॉट b वेक्टर लिख सकते हैं। वो कहना जी फिर इनू आपां क्या sh m वेक्टर डॉट b वेक्टर लिख दिए, पर आपां नू ये भी पता दो वेक्टर दी डॉट प्रोडक्ट हमेशा स्केलर हुंदी जबकि टॉर्क साडी जिहड़ी आ वो वेक्टर क्वांटिटी है। ਇਹਦਾ मतलब ये होया कि जे टॉर्क मेरा वेक्टर क्वांटिटी आ ते ये इस फॉर्मेट च नहीं लिखिया जा सकदा, इनू वेक्टर फॉर्म च कन्वर्ट करन लई एक नवा एंगल डिफाइन करन लगे। वो समझियो गल ते मैं की लिख रहा, if alpha is the angle, if alpha is the angle, ठीक है, which normal drawn on, ठीक है, आ जेड़े पोर्शन च लाइट है इथे थोड़ा नहीं लिखांगा, इन छाड़ के तो लिख रहा, which drawn on plane of a coil, if alpha is the angle which normal drawn on plane of coil makes with magnetic field, जो लिखदा पिया ये समझाऊंगा हुणी, उस चीज नु ध्यान दियो, makes with magnetic field, और ये एंगल न्यूमेरिकल जो औखा करेगा जे याद नहीं रखांगे, ठीक है, makes with magnetic field, then थीटा प्लस अल्फा इक्वल टू 90 डिग्री। की मतलब होया जी? वो कहंदा कि तुसी एसएच आ गिवन सरफेस ले लो, इस सरफेस दे अक्रॉस ਅਸੀਂ ਕਹਿੰਦੇ मैग्नेटिक फील्ड है, ठीक है, जे मैं आ कमा आ मैग्नेटिक फील्ड दी डायरेक्शन है पेन वाली ते आ मेरे को जेड़ा वा, ठीक है, आ मेरे को जेड़ा मेरी रेक्टेंगुलर कॉइल है जेड़ी, इस रेक्टेंगुलर कॉइल दी आ आर्म आ जिचो करंट पास हो रहा, इथों करंट पास होके इधर आ रहा, इथों पास होके इधर जा रहा, फिर इधर जा रहा। वो कहता जदों इस आर्म चो करंट पास हो रहा है ना, ते इस आर्म ने जिहड़ा मैग्नेटिक फील्ड ना इत्थे एंगल बनाना, आ थां ते इन्हां दोनों दे विच जिहड़ा इस थां ते एंगल बनेगा, इस एंगल नूं असीं थीटा मन्निया। इस फिगर च असीं दस्सिया कि भी मैग्नेटिक फील्ड करंट कैरिंग आर्म दे नाल जिहड़ा एंगल बनांदी ओ थीटा वा, यानी आ थां ते मेरा जिहड़ा एंगल होएगा, ठीक है, आ थां ते जिहड़ा मेरा एंगल होएगा ये असीं थीटा लेने पे ते अल्फा किहनूं कह रहे हैं? कहंदा अल्फा इज द एंगल which is कहंदा जी drawn by the normal drawn on the plane of coil। मतलब सब तो पहले लो, कहंदा जी अल्फा एंगल किने बनाया? कहंदा नॉर्मल ने बनाया। केड़े नॉर्मल ने बनाया? कहंदा नॉर्मल drawn on the plane of coil। coil दे प्लेन ते एक नॉर्मल ड्रॉ कर दियो, ठीक है, coil दे प्लेन ते एक नॉर्मल ड्रॉ कर दियो। आ ब्लैक पेन जिहड़ा वा ये इस प्लेन ऑफ coil दे परपेंडिकुलर सी गिन लिया, ठीक है, इन्हें एंगल बनाना मैग्नेटिक फील्ड दे नाल, यानी इन्हां दोनां च बनन वाला जिहड़ा एंगल होएगा, ठीक है, जिहड़ा इन्हां दो च एंगल बनेगा इनू असीं अल्फा लै रहे, जिहड़ा मैग्नेटिक फील्ड ने आ प्लेन नाल एंगल बनाया ये मेरा थीटा हो गया। क्या इन्नी गल समझ लग रही? Yes, sir. इन्हां दो च एंगल अल्फा आ गया, मैग्नेटिक फील्ड जे नॉर्मल ना एंगल बनाती वो अल्फा वा, मैग्नेटिक फील्ड प्लेन ना एंगल जेड़ा बनाती वो थीटा वा, ते आ थीटा प्लस अल्फा ये मिलके 90 डिग्री हो जाऊ। Thank you, sir. Yes, sir. तो यही कंडीशन उन्हें इत्थे भी यूज कीती आ। वो कहता जी थीटा प्लस अल्फा 90, देयरफॉर इथों आपां थीटा कढ लईए ते ओदी वैल्यू 90 माइनस अल्फा आ जाएगी। ते जे इस थीटा दी वैल्यू नु तुसी इस फार्मूले दे अंदर वापस पुट अप कर दियो ते देयरफॉर साडे कोल जेडी टॉर्क दी वैल्यू आ वो बन गई जी mb cos ऑफ 90 माइनस अल्फा। ते cos 90 माइनस अल्फा कितना हुंदा बेटा? Sin alpha. Sin alpha. sin alpha, तो देयरफॉर अपने को टॉर्क दा फार्मूला आ जाएगा mb sin alpha, ठीक है, ठीक है, टॉर्क दी वैल्यू मेरे को
SHMB sin alpha आ गई। हुण इनू जे मैं वेक्टर फॉर्म च लिखां ते वी राइट टॉर्क वेक्टर इक्वल टू m वेक्टर क्रॉस b वेक्टर, यानी आ मेरे को टॉर्क जिहड़ा वा ये m वेक्टर ते b वेक्टर दी क्रॉस प्रोडक्ट दे उत्ते कितना जी डिपेंड करेगा। क्या आ गल समझ लगी? Yes, sir. Yes, sir. जेड़े गूंगे बच्चे नहीं बोले क्या उन्होंने समझ लग गया? Yes, sir. Yes, sir. चल हुण अगे है समझी चलियो। सो टॉर्क दे जदों डिफाइन करना पुत न्यूमेरिकल च इस चीज का ध्यान रखियो कि भी एंगल केड़े दो वेरिएबल च। एक एंगल उन्हें क्या तुहाडे कोल थीटा जेड़ा मैनू क्वेश्चन च डिफाइंड होएगा कॉइल दे प्लेन ने मैग्नेटिक फील्ड एंगल बनाना ते जेड़ा असी प्लेन दे परपेंडिकुलर ड्रॉ कीता होएगा वो मैग्नेटिक फील्ड जेड़ा एंगल बनाएगा वो एंगल मेरा एल्फा होएगा। क्लियर इन्नी गल? Yes, sir. Yes, sir. दो सब केसेस बना देने आपां, दो सब केसेस बन जांदे। फर्स्ट केस दे अंदर बनदा इफ अल्फा इक्वल टू 0 डिग्री। अल्फा 0 का मतलब की होएगा सोचेगा कोई जना? अल्फा किने एंगल बनाया? अल्फा एंगल किने किदे नाल बनाया? Normal ने magnetic field. नॉर्मल ने मैग्नेटिक फील्ड ने। जे ਅਸੀਂ ਕਿਹਾ अल्फा 0 ਹੋ ਗਿਆ ਇਹਦਾ ਮਤਲਬ ਆ ਮੈਗਨੈਟਿਕ ਫੀਲਡ ਜਿਹੜਾ ਵਾ ਇਹ ਪਲੇਨ ਆਫ ਕੋਇਲ ਦੇ ਪਰਪੈਂਡੀਕੂਲਰ ਆ ਗਿਆ। Yes, sir. Yes, sir. ਤੇ ਜੇ ਮੇਰਾ ਮੈਗਨੈਟਿਕ ਫੀਲਡ ਜਿਹੜਾ ਵਾ ਉਹ ਕੋਇਲ ਦੇ ਪਰਪੈਂਡੀਕੂਲਰ ਡਾਇਰੈਕਸ਼ਨ ਚ ਲਾਈ ਕਰੇਗਾ ਤੇ ਇਸ ਡਾਇਰੈਕਸ਼ਨ ਚ ਅਸੀਂ ਇਦਾਂ ਕਹਿ ਦਿੰਨੇ ਕਿ ਵੀ ਜਿਹੜੀ ਕੋਇਲ ਆ ਜਦੋਂ ਮੈਗਨੈਟਿਕ ਫੀਲਡ ਲਾਈਨ ਇਹਦੇ ਨਾਰਮਲ ਆਂਦੀਆਂ ਜਦੋਂ ਮੈਗਨੈਟਿਕ ਲਾਈਨ ਇਸ ਕੋਇਲ ਦੇ ਪਲੇਨ ਦੇ ਪਰਪੈਂਡੀਕੂਲਰ ਆਂਦੀਆਂ ਤੇ ਉਸ ਇਨਸਟੈਂਟ ਤੇ ਵਰਡ ਤੇ ਪਰਪੈਂਡੀਕੂਲਰ ਬੋਲਿਆ पर परपेंडिकुलर ना मेरे को जे ऐसा चलावा अल्फा 0 बोला और थीटा 90 डिग्री कमा दोनों ही कोई गल ठीक है। तो देन इस इंस्टेंट ते टॉर्क दी वैल्यू मेरी 0 है यानी नो टॉर्क विल बी एक्टिंग ऑन द कॉइल इफ मैग्नेटिक फील्ड मतलब कोई कॉइल च टर्निंग इफेक्ट नहीं आएगा ठीक है। आ मेरी कॉइल हो गई इस कॉइल दा आ मेरे को परपेंडिकुलर आ गया ਤੇ ਜੇ ਮੇਰਾ ਮੈਗਨੈਟਿਕ ਫੀਲਡ ਵੀ ਇਸੇ ਡਾਇਰੈਕਸ਼ਨ ਚ ਲਾਈ ਕਰਦਾ ਪਿਆ ਤੇ ਉਹ ਕਹਿੰਦਾ ਜੀ ਇਸ ਡਾਇਰੈਕਸ਼ਨ ਚ ਮੈਗਨੈਟਿਕ ਫੀਲਡ ਜਦੋਂ ਲਾਈ ਕਰੇਗਾ ਨਾ ਤੇ ਇਹ ਤੁਹਾਡੀ ਕੋਇਲ ਨੂੰ ਰੋਟੇਟ ਨਹੀਂ ਕਰ ਪਾਏਗਾ। ਇਹ ਲੀਨੀਅਰ ਮੋਸ਼ਨ ਤਾਂ ਦੇ ਸਕਦਾ ਪਰ ਇਹਦੇ ਕਰਕੇ ਕੋਇਲ ਦੇ ਅੰਦਰ ਕੋਈ ਵੀ ਮੇਰੇ ਕੋਲ ਰੋਟੇਸ਼ਨ ਪੋਸੀਬਲ ਨਹੀਂ ਹੋਏਗੀ यानी कोई टर्निंग इफेक्ट कॉइल च नहीं आएगा ठीक है जी। इफ कॉइल इज प्लेस्ड नॉर्मल टू मैग्नेटिक फील्ड लाइन ਹੁਣ ਇੱਥੇ ਅਲਫਾ 0 ਕਮਾ ਜਾਂ ਅਲਫਾ ਬੇਟਾ ਇਹਦੇ ਨਾਲ ਹੀ ਲਿਖ ਰਿਹਾ ਐਂਡ ਅਲਫਾ 180 ਡਿਗਰੀ ਦੋਨਾਂ ਵਿੱਚੋਂ ਕੋਈ ਵੀ ਆ ਐਂਗਲ ਹੋਵੇ ਠੀਕ ਹੈ ਜੀ ਜਾਂ ਮੇਰੇ ਕੋ ਥੀਟਾ 90 ਕਮਾ ਤੇ ਇਸ ਕੇਸ ਦੇ ਅੰਦਰ ਟਾਰਕ ਦੀ ਵੈਲਿਊ 0। ਸੈਕਿੰਡ ਦਾ ਰਿਵਰਸ ਕੇਸ ਬਣਾ ਦਿਓ। ਸੈਕਿੰਡ ਕੇਸ ਇਹ ਬਣ ਜਾਏਗਾ ਆਪਣੇ ਕੋਲ ਇਫ ਅਲਫਾ ਇਕੁਅਲ ਟੂ 90 ਡਿਗਰੀ। ਹੁਣ ਇਹਨੂੰ ਉਹਨੇ ਕਿੱਦਾਂ ਵਰਡ ਦਿੱਤੇ ਅਲਫਾ 90 ਹੈ ਨਾ। ਹੁਣ अल्फा एंगल ਸੀਗਾ ਨਾਰਮਲ ਤੇ ਮੈਗਨੈਟਿਕ ਫੀਲਡ ਦੇ ਅੰਦਰ ਤੇ ਜੇ ਇਹ ਐਂਗਲ ਦੋਨਾਂ ਚ 90 ਹੋ ਗਿਆ ਇਹਦਾ ਮਤਲਬ ਹੋ ਗਿਆ ਨਾਰਮਲ ਦਾ ਪੁੱਤ ਦੇਖੋ ਇੱਥੇ ਹੀ ਰਹਿਣਾ ਪਲੇਨ ਆਫ ਦਾ ਕੋਇਲ ਨੇ ਤਾਂ ਚੇਂਜ ਨਹੀਂ ਹੋਣਾ ਪਲੇਨ ਆਫ ਕੋਇਲ ਦੇ ਆ ਪਰਪੈਂਡੀਕੂਲਰ ਇੱਥੇ ਹੀ ਰਹਿਣਾ ਜੇ ਹੱਥ ਇਧਰ ਨੂੰ ਰੱਖਿਆ ਨੇ ਇੱਥੇ ਹੀ ਰਹਿਣਾ ਤੇ ਜੇ ਐਂਗਲ 90 ਆ ਇਹ ਮਤਲਬ ਮੈਗਨੈਟਿਕ ਫੀਲਡ ਲਾਈਨਸ ਅਲੋਂਗ ਦਾ ਸਰਫੇਸ ਆ ਤੇ ਜਦੋਂ ਮੈਗਨੈਟਿਕ ਫੀਲਡ ਲਾਈਨ ਮੇਰੀਆਂ ਅਲੋਂਗ ਦਾ ਸਰਫੇਸ ਹੋਣਗੀਆਂ ਅਸੀਂ ਕਹਿੰਦੇ ਮੈਗਨੈਟਿਕ ਫੀਲਡ ਲਾइन विल पासेस ओवर द सरफेस है ना। तो इस केस दे अंदर एक कॉइल च मैक्सिमम टर्निंग इफेक्ट लेके आएगा और ਇਹਦੇ ਕਰਕੇ कॉइल मेरी मैक्सिमम रोटेट कर पाएगी। क्या इतनी गल समझ लग रही? Yes, sir. Yes, sir. Yes, sir. Yes, sir. अल्फा 90 होएगा तो इस केस दे अंदर साडे को टॉर्क दी वैल्यू mb sin 90 ते sin 90 1 चला गया ਇਹਦਾ ਮਤਲਬ ਆ ਮੈਕਸਿਮਮ ਟਾਰਕ ਕੋਇਲ ਚ ਲੱਗੇਗਾ ਜਿਹਦੀ ਵੈਲਿਊ mb ਜਾਂ m ਅਸੀਂ ਲਿਖਿਆ nia ਨੂੰ ਉਹ ਲਿਖ ਸਕਦੇ ਹੋ ਯਾਨੀ ਆ ਮੇਰਾ ਮੈਕਸਿਮਮ ਟਾਰਕ ਦਾ ਫਾਰਮੂਲਾ ਆ ਜੂ। क्या दोनों केसेस क्लियर है? Yes, sir. Yes, sir. Yes. Yes, sir. हाँ जी सर। ਇਸ ਮੂਵਮੈਂਟ ਤੇ ਜਿਹੜੀ ਮੈਗਨੈਟਿਕ ਫੀਲਡ ਲਾਈਨ ਆ ਉਹ ਅਲੋਂਗ ਦਾ ਸਰਫੇਸ ਆ ਤੇ ਜਦੋਂ ਮੈਗਨੈਟਿਕ ਫੀਲਡ ਲਾਈਨ ਅਲੋਂਗ ਦਾ ਸਰਫੇਸ ਹੁੰਦੀ ਇਹਨੂੰ ਅਸੀਂ ਇੱਕ ਨਾਮ ਦਿੰਨੇ ਕਿ ਦਿਸ ਮੈਗਨੈਟਿਕ ਫੀਲਡ ਇਜ਼ ਕਾਲਡ ਐਜ਼ ਦਾ ਰੇਡੀਅਲ ਮੈਗਨੈਟਿਕ ਫੀਲਡ। ਕਈ ਵਾਰੀ ਵਰਡ ਯੂਜ਼ ਹੋਏਗਾ
कहना जी इस मैग्नेटिक फील्ड नु जेड़ा सरफेस दे अलोंग लाई करदा, इस मैग्नेटिक फील्ड नु नाम देना कि ये रेडियल मैग्नेटिक फील्ड, ठीक है। और जदों भी रेडियल मैग्नेटिक फील्ड लाई करेगा तो कॉइल दे उत्ते टॉर्क दी वैल्यू मैक्सिमम में को लाई करेगी। क्लियर है नी गल? यस सर। Yes, sir. यस सर। Yes, sir. ये अपना टॉपिक कल वाला कंप्लीट हुंदा पिया। टॉपिक सीगा एक्सप्रेशन फॉर टॉर्क एक्टिंग ऑन ए करंट कैरिंग कॉइल व्हेन प्लेस्ड इन मैग्नेटिक फील्ड। हुण मैं कल ही कहा सी ਇਹਦਾ यूज किथे आ, ਆਪਾਂ ਇਸ ਟੌਪਿਕ ਨੂੰ ਕਿੱਥੇ ਜਾ ਕੇ ਵਰਤਣਾ ਵਾ। ਤੇ ਬੱਚੇ ਮੈਂ ਉਹਦੇ 'ਚ ਇੰਨੇ ਵਰਡ ਕਹੇ ਸੀਗੇ ਕਿ ਜਿਹੜਾ ਤੁਹਾਡੇ ਕੋਲ ਐਸ ਸੱਚ ਗਲਵੈਨੋਮੀਟਰ ਹੁੰਦਾ, ਠੀਕ ਆ, ਉਹਨੂੰ ਪ੍ਰੋਪਰ ਨਾਮ ਦਵਾਂ ਤੇ ਮੈਂ ਕਿਹਾ ਸੀ ਦੋ ਤਰ੍ਹਾਂ ਦੇ ਗਲਵੈਨੋਮੀਟਰ ਆ। ਇੱਕ ਹੁੰਦਾ ਟੈਂਜੈਂਟ ਗਲਵੈਨੋਮੀਟਰ, ਇੱਕ ਨੂੰ ਅਸੀਂ ਨਾਮ ਦਿੰਦੇ ਮੂਵਿੰਗ ਕੁਆਇਲ ਗਲਵੈਨੋਮੀਟਰ। ਟੈਂਜੈਂਟ ਗਲਵੈਨੋਮੀਟਰ ਆਪਣੇ ਸਿਲੇਬਸ ਨਹੀਂ, ਆਪਣੇ ਹੈਗਾ ਮੂਵਿੰਗ ਕੁਆਇਲ ਗਲਵੈਨੋਮੀਟਰ। ਜਿਹੜਾ ਲੈਬ ਦੇ ਵਿੱਚ ਅਸੀਂ ਗਲਵੈਨੋਮੀਟਰ ਯੂਜ਼ ਕਰਦੇ ਆ ਹਨਾ, ਉਹ ਮੇਰਾ ਮੂਵਿੰਗ ਕੁਆਇਲ ਗਲਵੈਨੋਮੀਟਰ ਦੀ ਮੋਡੀਫਾਈਡ ਫਾਰਮ ਆ। ਉਹਨੂੰ ਅਸੀਂ ਨਾਮ ਦਿੰਦੇ ਵੈਸਟਰਨ ਟਾਈਪ ਗਲਵੈਨੋਮੀਟਰ। ਮੈਂ ਜੋ वर्ड बोल रहा थोड़ा ध्यान सुन लो। आप ये कह रहे हैं कि जेड़ा तुहाडे कोल एज सच मूविंग कॉइल गलवैनोमीटर लैब च यूज हुंदा, वो मूविंग कॉइल गलवैनोमीटर दी मॉडिफाइड फॉर्म, और ओदी मॉडिफाइड फॉर्म नु असी वेस्टर्न टाइप गलवैनोमीटर कहने। इन्नी गल समझ लगी पहलो? यस सर। यस सर। हुण इसे मैं गल शुरू कर रहा। कहना जी मूविंग कॉइल गलवैनोमीटर दे विच की हुंदा? तो कहना जी a galvanometer which is used to detect a small electric current across the circuit. That device is a galvanometer. The galvanometer is based upon the principle that whenever a current carrying coil is placed in a magnetic field, then the coil always experience some torque, due to which the coil get deflected from its equilibrium position. मैं इहदा मतलब कड्डा ਤੇ ਇਹਦਾ ਪੁੱਤ ਮਤਲਬ ਆ ਹੋਏਗਾ ਕਿ ਜੇ ਆ ਮੇਰੇ ਕੋਲ ਇੱਕ ਗਲਵੈਨੋਮੀਟਰ ਗਿਵਨ ਆ ਜਿਹੜਾ ਆਪਾਂ ਨੂੰ ਦਿਖਦਾ ਵਾ, ਆਪਾਂ ਇਹਦੇ ਬੈਕ ਐਂਡ ਕੀ ਹੋ ਰਿਹਾ ਗੱਲ ਉਹਦੀ ਕਰਨ ਲੱਗੇ ਆ। ਜੋ ਫਰੰਟ ਤੇ ਆਪਾਂ ਨੂੰ ਦਿਖਦਾ ਉਹ ਆ ਚੀਜ਼ ਆ ਕਿ ਆ ਪੁਆਇੰਟਰ ਲੱਗਾ ਹੋਇਆ, ਠੀਕ ਹੈ ਜੀ। ਪੁਆਇੰਟਰ ਤੁਹਾਡਾ ਐਸ ਐਚ ਆਪਣੀ ਸੈਂਟਰਲ 0 ਪੋਜੀਸ਼ਨ ਤੋਂ 5 ਐਂਪੀਅਰ ਨੈਗੇਟਿਵ ਤੇ 5 ਐਂਪੀਅਰ ਪੋਜ਼ਿਟਿਵ ਸਾਈਡ ਵੱਲ ਜਾਂਦਾ, ਪਰ ਪੋਜ਼ਿਟਿਵ ਨੈਗੇਟਿਵ ਕਹੂੰਗਾ ਨਹੀਂ। ਉਹਦਾ ਕਾਰਨ ਇਹ ਆ कि गलवैनोमीटर दे दोनों साइड जिहड़ी स्केल आ वो सेम हुंदी है, उस असीं कोई पॉजिटिव या नेगेटिव स्केल ले लैंदे। इन्नी गल समझ लगी पहलों? Yes, sir. यस सर। हुण आ जे ध्यान नाल चेक करो, आ जिहड़ा पॉइंटर दा एंड वा ना, आ जिहड़ा पॉइंटर दा आ वाला एंड आ जिन्हों असीं इत्थे देखदे पए, ਇਹ ਬੱਚੇ ਕਹਿੰਦਾ ਜੀ ਬੇਸਿਕਲੀ ਕੀ ਚੀਜ਼ ਆ। ਅਸੀਂ ਕਹਿੰਦੇ ਜੀ ਇਹਦੇ ਨੀਚੇ ਨਾ ਇੱਕ ਕੋਇਲ ਲੱਗੀ ਹੋਈ ਹੈ, ਇਹਦੇ ਨੀਚੇ ਇੱਕ ਕੋਇਲ ਲੱਗੀ ਹੋਈ ਆ, ਠੀਕ ਹੈ। ਜਦੋਂ ਇਸ ਕੋਇਲ ਦੇ ਵਿੱਚ ਦੀ ਕਰੰਟ ਪਾਸ ਹੁੰਦਾ ਪਿਆ, ਕੋਇਲ ਕਿਸੇ ਸ਼ੇਪ 'ਚ ਆਪਾਂ ਦਿਖਾ ਦਈਏ ਜਸਟ ਫॉर द ਟਾਈਮਿੰਗ। ਜਦੋਂ ਇਸ ਕੋਇਲ 'ਚ ਕਰੰਟ ਪਾਸ ਹੁੰਦਾ ਤੇ ਆ ਪੂਰੇ ਦਾ ਪੂਰਾ ਟੌਪਿਕ ਦਾ ਜਿਹੜਾ ਪ੍ਰਿੰਸੀਪਲ ਆ ਉਹ ਇੱਥੇ ਲੱਗਦਾ ਕਿ ਜਦੋਂ ਕੋਇਲ 'ਚ ਕਰੰਟ ਪਾਸ ਹੁੰਦਾ, ਕੋਇਲ ਦੀਆਂ ਜਿਹੜੀਆਂ 4 ਆਰਮਸ ਨੇ, ਹਰ ਆਰਮ ਤੇ ਫੋਰਸ ਲੱਗੀ, 2 ਆਰਮ ਦੀਆਂ ਫੋਰਸ ਕੈਂਸਲ ਹੋ ਜਾਂਦੀਆਂ ਤੇ 2 ਆਰਮ ਦੀਆਂ ਫੋਰਸ ਟਰਨਿੰਗ ਇਫੈਕਟ ਬਣਾਉਂਦੀਆਂ। ਉਹਦੇ ਨਾਲ ਹੋਏਗਾ ਕਿ ਆ ਰੈਕਟੈਂਗੂਲਰ ਕੋਇਲ ਜਿਹੜੀ ਆ ਨਾ, ਇਹ ਆਪਣੀ ਥਾਂ ਤੋਂ ਡਿਫਲੈਕਟ ਹੁੰਦੀ। ਜਦੋਂ ਕੋਇਲ ਆਪਣੀ ਥਾਂ ਤੋਂ ਮੂਵ ਕਰਦੀ ਆ, ਇਹਦੇ ਉੱਪਰ ਲੱਗਾ ਹੋਇਆ ਪੁਆਇੰਟਰ ਵੀ ਆਪਣੀ ਥਾਂ ਤੋਂ ਸ਼ਿਫਟ ਕਰਦਾ। ਹੁਣ ਕਿੰਨਾ ਪੁਆਇੰਟਰ ਸ਼ਿਫਟ ਕਰੇਗਾ ਉਹ ਡਿਪੈਂਡ ਇਸ ਚੀਜ਼ ਤੇ ਕਰੇਗਾ ਕਿ ਕੋਇਲ ਚੋਂ ਕਰੰਟ ਕਿੰਨਾ, ਠੀਕ ਆ। ਜਿੰਨਾ ਸਟਰੋਂਗਰ ਕਰੰਟ ਅਸੀਂ ਕੋਇਲ ਚੋਂ ਪਾਸ ਕਰਾਂਗੇ ਉਨਾ ਹੀ ਅਸੀਂ ਮੰਨਦੇ ਆ ਪੁਆਇੰਟਰ ਜ਼ਿਆਦਾ ਸ਼ਿਫਟ ਹੋਇਆ, ਇਹ ਮਤਲਬ ਉਨਾ ਹੀ ਟਰਨਿੰਗ ਇਫੈਕਟ ਵੀ ਜ਼ਿਆਦਾ ਆਏਗਾ। ਕੀ ਆ ਗੱਲ ਸਮਝ ਲੱਗਦੀ ਪਈ? यस सर। यस सर। Yes, sir. ਹੁਣ ਟੌਪਿਕ ਸ਼ੁਰੂ ਕਰ ਰਿਹਾ, ਠੀਕ ਹੈ ਜੀ। ਟੌਪਿਕ ਦਾ ਨਾਮ ਆਪਣਾ ਬਣਨਾ ਮੂਵਿੰਗ ਕੋਇਲ ਗਲਵੈਨੋਮੀਟਰ। ਫਸਟ ਉਹਦਾ ਆਪਾਂ ਯੂਜ਼ ਦੱਸਦੇ ਪਏ, ਠੀਕ ਹੈ ਜੀ, ਕਿ ਇਟ ਇਜ਼ ਯੂਜ਼ਡ ਟੂ ਡਿਟੈਕਟ ਦ ਸਮਾਲ ਇਲੈਕਟ੍ਰਿਕ ਕਰੰਟ ਅਕ੍ਰੋਸ ਦ ਸਰਕਟ। ਫਿਰ ਅਸੀਂ ਦੱਸਦੇ ਪਏ ਕਿ ਵੀ ਇਹ ਕਿਸ ਪ੍ਰਿੰਸੀਪਲ ਤੇ ਵਰਕ ਕਰਦਾ, ਤੇ ਜਿਹੜਾ ਪਿਛਲਾ ਟੌਪਿਕ ਦਾ ਆ ਸਾਰੀ ਡਿਟੇਲ ਆ ਇਹ ਤੁਹਾਡੇ ਇਸ ਟੌਪਿਕ ਦਾ ਪ੍ਰਿੰਸੀਪਲ ਆ। ਤੇ ਇਹ 'ਚ ਅਸੀਂ ਫਿਰ ਲਾਈਨ ਦਿਖਾ ਦਿੰਦੇ। ਇੱਥੇ ਅਸੀਂ ਕੀ ਦਿਖਾਣੇ ਪਏ ਜੇ ਧਿਆਨ ਦਿਓ, ਠੀਕ ਹੈ। ਇੱਥੇ ਆ ਸੈਂਟਰ ਦੇ ਵਿੱਚ ਇੱਕ ਰੈਕਟੈਂਗਲ ਸ਼ੇਪ 'ਚ ਮੈਂ ਫਰੇਮ ਬਣਾਇਆ ਵਾ, ਇਹਨੂੰ ਅਸੀਂ ਕੋਰ ਕਹਿੰਦੇ ਆ, ਠੀਕ ਆ। ਇਸ ਕੋਰ ਦੇ ਅੰਦਰ ਮੇਰੇ ਕੋਲ ਇੱਕ ਸੌਫਟ ਆਇਰਨ ਦਾ ਪੀਸ ਰੱਖਿਆ ਹੋਇਆ ਸੀ, ਜਿਹਨੂੰ L ਲਿਖਦਾ ਪਿਆ। ਇਹ ਸਿਲੈਂਡਰੀਕਲ ਇੱਕ ਸੌਫਟ ਆਇਰਨ ਦਾ ਪੀਸ ਆ। ਸੌਫਟ ਆਇਰਨ ਦੇ ਪੀਸ ਨੂੰ ਅਸੀਂ ਇੱਕ ਫਰੇਮ ਦੇ ਉੱਤੇ ਕਹਿੰਦਾ ਜੀ ਉਹਦੇ ਫਰੇਮ ਦੇ ਅੰਦਰ ਰੱਖਿਆ ਹੋਇਆ। ਰੈਕਟੈਂਗੂਲਰ ਜਾਂ ਸਕੁਅਰ ਸ਼ੇਪ 'ਚ ਮੇਰਾ ਫਰੇਮ ਆ ਗਿਆ, ਤੇ ਇਸ ਫਰੇਮ ਦੇ ਉੱਤੇ ਆ ਸਾਰੇ ਦੀ ਸਾਰੀ ਅਸੀਂ ਵਾਇਰਿੰਗ ਕੀਤੀ ਹੋਈ ਆ। ਕੋਇਲ ਸਾਰੀ ਇਹਦੇ ਉੱਤੇ ਅਸੀਂ ਲਪੇਟੀ ਹੋਈ ਆ,
ठीक है। ते इस कॉयल दे दो जिहड़े एंड ने, ठीक है, ਉਹਨੂੰ ਅਸੀਂ ਕਿੰਨਾ ਜੋੜਦੇ ਦਿਖਾਣੇ ਪਏ, ਸਮਝੋ ਗੱਲ ਧਿਆਨ ਨਾਲ। ਇੱਥੇ ਇੱਕ ਵਰਡ ਮੈਂ ਯੂਜ਼ ਕੀਤਾ M, ਇਹਨੂੰ ਪੁੱਤ ਅਸੀਂ ਨਾਮ ਦਿੰਨੇ ਲੈਂਪ, ਮਿਰਰ ਐਂਡ ਸਕੇਲ ਅਰੇਂਜਮੈਂਟ। ਆ ਜਿਹੜਾ ਤੁਹਾਨੂੰ ਦਿਖਦਾ ਪਿਆ ਨਾ ਗਲਵੈਨੋਮੀਟਰ, ਇਹ ਵੈਸਟਰਨ ਟਾਈਪ ਗਲਵੈਨੋਮੀਟਰ ਆ। ਇਹ ਇਸ ਗਲਵੈਨੋਮੀਟਰ ਦੀ ਮੋਡੀਫਾਈਡ ਫਾਰਮ। ਇਹਦੇ ਅੰਦਰ ਕੀ ਹੈਗਾ, ਪੁਆਇੰਟਰ ਲੱਗਾ, ਸਕੇਲ ਬਣੀ ਆ, ਤੁਹਾਨੂੰ ਸਿੱਧਾ ਸਿੱਧਾ ਦਿਖ ਜਾਂਦਾ ਪੁਆਇੰਟਰ 2 ਐਂਪੀਅਰ ਤੇ ਆ ਕਿ 3 ਐਂਪੀਅਰ ਤੇ, ਤੁਸੀਂ ਦੱਸ ਸਕਦੇ ਸਰਕਟ ਚ ਕਰੰਟ ਕਿੰਨਾ। पर इत्थे ये जिहड़ी मॉडिफाइड फॉर्म क्यों बनाई, क्योंकि पुराने जिहड़ा एम मीटर है जिन्होंने मूविंग कॉयल गलवैनोमीटर कहने पे, इहदे विच एक वर्ड असीं एम लिखिया बेटा। ये तीन चीज़ां दा कॉम्बीनेशन आ। इत्थे असीं कहने एक लैंप लगी हुंदी आ, एक मिरर लगा होया ते एक स्केल यूज हुंदी है। लैंप, मिरर ते स्केल दे अरेंजमेंट नूं असीं सिंबॉलिकली इत्थे कल्ले एम ना लिखिया। क्या इन्नी गल समझ लगी? Yes, sir. Yes, sir. उस तो बाद हुण जे मैं आ वायर नूं लवां, आ सारे दी सारी जिहड़ी कॉयल असीं बनाई आ, ये मेरी कॉपर वायर होगी, गुड कंडक्टर है इसलिए कॉपर वायर यूज कीती। दूजा, इस सारे दी सारी तुसीं अपनी कॉयल नूं, ठीक है जी, एस एच एक कहंदा जी फ्रेम दे उत्ते रैप कीता होया, जिवें नॉन मैग्नेटिक फ्रेम आ, ते इहदे विच मैं एस एच अपने एक सॉफ्ट आयरन दा पीस रखिया होया। सॉफ्ट आयरन अपने आप च फैरो मैग्नेटिक मटीरियल, ते फैरो मैग्नेटिक मटीरियल दी ये प्रॉपर्टी हुंदी आ कि व्हेन दिस मटीरियल इज प्लेस्ड इन मैग्नेटिक फील्ड, ठीक है, तो देन इट ऑलवेज टू बी स्ट्रांगली मैग्नेटाइज। पता जो बोलदा पिया? Yes, sir. चलो, Yes, sir. तो आ जेड़ा सॉफ्ट आयरन आ, एदा पुੱਤ ਉਹਨੇ इंडिविजुअल क्वेश्चन 1 मार्क ਚ ਪੁੱਛ ਲੈਂਦਾ ਕਿ ਕਹਿੰਦਾ ਜੀ व्हाट इज द यूज ऑफ सॉफ्ट आयरन, ठीक है, ਤੇ ਉਹਦਾ यूज ਇਹ ਆ ਕਿ ਵੀ सॉफ्ट आयरन फेरोमैग्नेटिक ਆ, ਤੇ फेरोमैग्नेटिक मटीरियल ਦੀ ਇਹ प्रॉपर्टी ਹੁੰਦੀ ਆ कि फेरोमैग्नेटिक मटीरियल स्ट्रांगली मैग्नेटाइज हो जाते व्हेन प्लेस्ड इन मैग्नेटिक फील्ड। ਹੁਣ ਇੱਥੇ ਫਿਰ ਅਸੀਂ ਕੀ ਕੀਤਾ, ਇਸ ਪੂਰੇ ਦੀ ਪੂਰੀ ਸਟਰੋਂਗ ਜਿਹੜੀ ਮੇਰੀ ਕੋਇਲ ਆ, ਹਨਾ, ਇਹਦੇ ਉੱਪਰ ਅਸੀਂ ਆ ਐਸਐਚ ਦੋ ਪੋਲ ਪੀਸਿਸ ਦਿਖਾ ਦਿੱਤੇ, ਜਿਹਦੀ ਹੈਲਪ ਨਾਲ ਤੁਸੀਂ ਇਸ ਪੂਰੇ ਰੀਜਨ ਦੇ ਅੰਦਰ ਮੈਗਨੈਟਿਕ ਫੀਲਡ ਅਪਲਾਈ ਕੀਤਾ ਹੋਇਆ। ਇਹ ਤੁਹਾਡੀ ਆ ਪੂਰੀ ਦੀ ਪੂਰੀ ਕੋਇਲ ਜਿਹੜੀ ਆ, ਇਹ ਮੈਗਨੈਟਿਕ ਫੀਲਡ ਦੇ ਇਨਫਲੂਐਂਸ ਪਈ ਆ। ਇਹਨੀ ਗੱਲ ਸਮਝ ਆਈ? Yes, sir. Yes, sir. Yes, sir. Yes, sir. Yes, sir. मैग्नेटिक फील्ड अप्लाई ਕਰਨ ਲਈ ਅਸੀਂ पोल पीसेस ऑफ मैग्नेट दिखाते, ठीक है, ਤੇ ਆਪਾਂ ਇਸ ਪੂਰੇ ਰੀਜਨ ਦੇ ਅੰਦਰ ਆ ਕੋਇਲ ਦੇ ਵਿੱਚ ਮੈਗਨੈਟਿਕ ਫੀਲਡ ਦਾ ਇਫੈਕਟ ਮੈਕਸਿਮਮ ਆਵੇ, ਕਿਉਂਕਿ ਟਾਰਕ ਜਿਹੜਾ ਵਾ ਜਿੱਤੇ ਆਂਦੇ ਹੋ ਤੇ ਉਹ ਮੈਗਨੈਟਿਕ ਫੀਲਡ ਦੀ ਸਟਰੈਂਥ ਤੇ ਡਿਪੈਂਡੈਂਟ ਹੈ। ਇਹ ਮਤਲਬ ਜਿੰਨਾ ਸਟਰੋਂਗ ਇਸ ਥਾਂ ਤੇ ਮੈਗਨੈਟਿਕ ਫੀਲਡ ਹੋਏਗਾ, ਉਨਾ ਹੀ ਟਰਨਿੰਗ ਇਫੈਕਟ ਜ਼ਿਆਦਾ ਆਏਗਾ। ਉਸ ਚੀਜ਼ ਨੂੰ ਪ੍ਰੋਡਿਊਸ ਕਰਨ ਵਾਸਤੇ ਅਸੀਂ ਕੀ ਕੀਤਾ ਕਿ ਵੀ ਆਪਣੀ ਜਿਹੜੀ ਸਾਰੇ ਦੀ ਸਾਰੀ ਕੋਇਲ ਆ, ਇਹਨੂੰ ਸੌਫਟ ਆਇਰਨ ਦੇ ਫਰੇਮ ਦੇ ਉੱਤੇ ਰੈਪ ਕੀਤਾ ਹੋਇਆ। ਉਹਦਾ ਫਾਇਦਾ ਇਹ ਹੋਏਗਾ ਬੇਟਾ ਕਿ ਵੀ ਸੌਫਟ ਆਇਰਨ ਜਿਹੜਾ ਹੈਗਾ ਫੈਰੋਮੈਗਨੈਟਿਕ ਹੁੰਦਾ, ਤੇ ਫੈਰੋਮੈਗਨੈਟਿਕ ਮਟੀਰੀਅਲ, ਠੀਕ ਹੈ, ਮੈਗਨੈਟਿਕ ਫੀਲਡ ਲਾਈਨ ਨੂੰ ਆਪਣੇ ਵੱਲ ਖਿੱਚਦਾ। ਗੱਲ ਸਮਝਿਓ ਜੋ ਦੱਸਣ ਲੱਗੀ ਕਿ ਜੇ ਮੰਨ ਲਓ ਆਪਾਂ ਇੱਥੇ ਸ਼ੋ ਆਫ ਕਰੀਏ ਕਿ ਆ ਮੇਰੇ ਕੋਲ ਕੋਈ ਇੱਕ ਮਟੀਰੀਅਲ ਹੈਗਾ, ਇਹਨੂੰ ਮੈਂ ਮੈਗਨੈਟਿਕ ਫੀਲਡ 'ਚ ਰੱਖਦਾ ਪਿਆ, ਇਸ ਨੂੰ ਮੈਂ ਮੈਗਨੈਟਿਕ ਫੀਲਡ ਦੇ ਅੰਦਰ ਰੱਖਾਂ, ਤੇ ਜਿਹੜਾ ਮੈਂ ਇੱਥੇ ਮੈਗਨੈਟਿਕ ਫੀਲਡ ਅਪਲਾਈ ਕੀਤਾ, ठीक है, जे एक डाया मैग्नेटिक मटीरियल होएगा, तुसी केमिस्ट्री च पढ़िया पुੱਤ थोड़ा जिहा, इसलिए थोड़ा जिहा हिंट लेके चल रहे हैं कि जे डाया मैग्नेटिक मटीरियल आ होएगा मेरा, है ना, ते मैक्सिमम मैग्नेटिक फील्ड लाइनां नु ये मटीरियल रिपेल करेगा, यानी लाइंस ਜਿਹੜੀਆਂ ਨੇ ਉਹ आउट ऑफ द मैग्नेटिक मटीरियल निकलणगीਆਂ, ਇਹਦੇ ਵਿੱਚ ਨਹੀਂ ਪੈਨੀਟ੍ਰੇਟ ਕਰੂ। ਜੇ ਇਹ ਪੈਰਾ मैग्नेटिक ਹੋਏਗਾ ਤੇ we said ਕਹਿੰਦਾ ਜੀ some of the lines they will passes through the magnetic material, ਤੇ ਕੁਝ ਲਾਈਨਸ ਮੈਗਨੈਟਿਕ ਮਟੀਰੀਅਲ ਦੇ ਥਰੂ ਪਾਸ ਕਰਦੀਆਂ, ਤੇ ਜੇ ਫੈਰੋਮੈਗਨੈਟਿਕ ਹੋਏਗਾ ਤੇ ਮੈਕਸਿਮਮ ਨੰਬਰ ਆਫ ਲਾਈਨਸ ਦੇ ਵਿਲ ਪਾਸਿਸ ਥਰੂ ਦਾ ਕਹਿੰਦਾ ਜੀ ਸਪੈਸੀਮਨ, ਇਹਨਾਂ ਮੈਕਸਿਮਮ ਲਾਈਨਾਂ ਇਸ ਮਟੀਰੀਅਲ ਦੇ ਅੰਦਰੋਂ ਹੋ ਕੇ ਨਿਕਲਦੀਆਂ। ਗੱਲ ਸਮਝ ਲੱਗਦੀ ਵੀ ਜੋ ਦੱਸਦਾ ਪਿਆ? Yes, sir. Yes, sir. ਜਿਹੜਾ ਫੈਰੋਮੈਗਨੈਟਿਕ ਮਟੀਰੀਅਲ ਆ, ਜਿਹੜਾ ਆਪਣਾ ਫੈਰੋਮੈਗਨੈਟਿਕ ਮਟੀਰੀਅਲ ਆ, ਉਹਦੀ ਐਡਵਾਂਟੇਜ ਇਹ ਹੋਏਗੀ ਕਿ ਉਹ ਇੱਥੇ ਬਣਨ ਵਾਲੇ ਮੈਗਨੈਟਿਕ ਫੀਲਡ ਨੂੰ ਰੇਡੀਅਲ ਮੈਗਨੈਟਿਕ ਫੀਲਡ ਬਣਾ ਦਿੰਦਾ। ਰੇਡੀਅਲ ਮੈਗਨੈਟਿਕ ਫੀਲਡ ਦਾ ਮਤਲਬ ਇਹ ਹੋ ਗਿਆ ਕਿ ਵੀ ਮੈਕਸਿਮਮ ਮੈਗਨੈਟਿਕ ਫੀਲਡ ਲਾਈਨਾਂ ਥਰੂ ਦਾ ਕੋਇਲ ਨਿਕਲਣਗੀਆਂ, ਤੇ ਜੇ ਕੋਇਲ 'ਚ ਬਣਨ ਵਾਲਾ ਮੈਗਨੈਟਿਕ ਫੀਲਡ ਮੈਕਸਿਮਮ ਹੋਏਗਾ ਤੇ ਕੋਇਲ ਦੇ ਵਿੱਚ ਟਰਨਿੰਗ ਇਫੈਕਟ ਵੀ ਮੈਕਸਿਮਮ ਆਊਗਾ।
Yes, sir. Yes, sir. Sir, repeat करो. Yes, sir. ਉਹ ਤਾਂ ਮੈਂ ਇਹ ਕਿਹਾ ਨਾ ਕਿ ਜੇ ਅਸੀਂ ਸੌਫਟ ਆਇਰਨ ਦਾ ਯੂਜ਼ ਦੇਖਣਾ ਕਿਉਂ ਵਰਤਿਆ ਵਾ ਤੇ ਉਹਦਾ ਕਾਰਨ ਇਹ ਹੈਗਾ ਕਿ ਵੀ ਮੈਕਸਿਮਮ ਮੈਗਨੈਟਿਕ ਫੀਲਡ ਲਾਈਨਾਂ ਤੁਹਾਡੇ ਜੇ ਇਸ ਰੀਜਨ ਚੋਂ ਪਾਸ ਕਰਨਗੀਆਂ, ਬਾਹਰੋਂ ਬਾਹਰ ਨਹੀਂ ਜਾਣਗੀਆਂ ਲਾਈਨਾਂ, ਮੈਕਸਿਮਮ ਲਾਈਨਾਂ ਆ ਥਾਂ ਤੋਂ ਹੋ ਕੇ ਜੇ ਨਿਕਲ ਕੇ ਜਾਣ ਤੇ ਉਹਦੀ ਐਡਵਾਂਟੇਜ ਇਹ ਹੋਏਗੀ ਕਿ ਵੀ ਆ ਬੀ ਜਿੰਨਾ ਵਧੇਗਾ, ਠੀਕ ਹੈ, ਤੇ ਉਹਨੇ ਟਰਨਿੰਗ ਇਫੈਕਟ ਵੀ ਵਧਾਣਾ। ਹਾਂਜੀ ਸਰ। ਇਹਦਾ ਮਤਲਬ ਇਹ ਹੋਇਆ ਕਿ ਕੁਆਇਲ 'ਚ ਥੋੜੇ ਜਿਹੇ ਕਰੰਟ ਵਾਸਤੇ ਵੀ ਤੁਹਾਡਾ ਡਿਵਾਈਸ ਜਿਹੜਾ ਡਿਫਲੈਕਸ਼ਨ ਜ਼ਿਆਦਾ ਦੇਵੇ ਤਾਂ ਕਿ ਡਿਵਾਈਸ ਮੇਰਾ ਹੋਰ ਜ਼ਿਆਦਾ ਸੈਂਸਿਟਿਵ ਹੋ ਸਕੇ। ਥੋੜੀ ਜਿਹੀ ਵੀ ਆਪਣੇ ਕੋਲ ਕਰੰਟ ਦੀ ਸਟਰੈਂਥ ਹੈਗੀ ਆ ਉਹਨੂੰ ਇਮੀਡੀਏਟ ਕਹਿੰਦਾ ਜੀ ਡਿਟੈਕਟ ਕਰ ਪਾਵੇ। ਉਹਦੇ ਵਾਸਤੇ ਫਿਰ ਅਸੀਂ ਇਸ ਰੀਜਨ 'ਚ ਬਣਨ ਵਾਲੇ ਮੈਗਨੈਟਿਕ ਫੀਲਡ ਨੂੰ ਰੇਡੀਅਲ ਮੈਗਨੈਟਿਕ ਫੀਲਡ ਬਣਾ ਦਿੰਦੇ ਹਾਂ। क्या इन्नी गल समझ आई? हाँ जी सर। Yes, sir. हुण अगला समझो, ਇਹ 'ਚ ਦੋ ਅਸੀਂ ਮਟੀਰੀਅਲ ਯੂਜ਼ ਕਰਾਂਗੇ ਬੇਟਾ। ਜਿਹੜਾ ਆ H ਪੁਆਇੰਟ ਲਿਖਿਆ ਇਹਨੂੰ ਅਸੀਂ ਨਾਮ ਦਿੰਨੇ, ਇਹ ਸਿਰਫ ਸਮਝਣ ਵਾਲੀ ਡਾਇਗਰਾਮ ਆ, ਲਿਖਣ ਵਾਲਾ ਹਜੇ ਕੁਝ ਨਹੀਂ ਹੈਗਾ। ਕੰਸਟਰਕਸ਼ਨ ਤੇ ਵਰਕਿੰਗ ਉਹਦੀ ਸਮਝਣ ਵਾਲੀ, ਪਹਿਲਾਂ ਸਮਝ ਲਓ ਫਿਰ ਮੈਥਮੈਟੀਕਲ 'ਚ ਚੱਲਾਂਗਾ। ਉਹ ਕਹਿੰਦਾ ਪੁੱਤ ਜਿਹੜਾ ਆ ਲੱਗਿਆ ਇਹਨੂੰ ਅਸੀਂ ਨਾਮ ਦਿੰਨੇ ਟੋਰਸ਼ਨ ਹੈਡ, ਠੀਕ ਹੈ। ਆ ਜੋ ਲੱਗਿਆ ਇਹਨੂੰ ਅਸੀਂ ਕਹਿੰਦੇ ਹੇਅਰ ਸਪਰਿੰਗ। ਦੋ ਵਰਡ ਦੀ ਗੱਲ ਹੁਣ ਕਰਨ ਲੱਗਿਆ। ਟੋਰਸ਼ਨ ਹੈਡ ਬੇਸਿਕਲੀ ਕੀ ਹੈਗਾ, ਤੁਸੀਂ ਜਦੋਂ ਗਲਵੈਨੋਮੀਟਰ, ਐਮਮੀਟਰ, ਵੋਲਟਮੀਟਰ ਕੋਈ ਵੀ ਡਿਵਾਈਸ ਦੇਖਦੇ ਹੋ ਹਨਾ, ਤੁਹਾਡੇ ਕੋਲ ਐਸ ਸੱਚ ਕੀ ਹੋਏਗਾ, ਇੱਥੇ ਦੋ ਟਰਮੀਨਲ ਲੱਗੇ ਹੁੰਦੇ, ਦੋ ਸਕਰੀਊ ਲੱਗੇ ਆ, ਉਹਦੇ ਵਿੱਚ ਤੁਸੀਂ ਆਪਣੀਆਂ ਤਾਰਾਂ ਟਾਈਟ ਕਰ ਦਿੰਦੇ ਤੇ ਅਸੀਂ ਕਹਿੰਦੇ ਜੇ ਸਰਕਟ 'ਚ ਆ ਗਿਆ। ਇੱਥੇ ਉਹ ਦੋ ਟਰਮੀਨਲ T1 ਤੇ T2 ਅਸੀਂ ਬਣਾ ਕੇ ਦਿਖਾਏ। T1 ਤੋਂ ਅੰਦਰੋਂ ਤਾਰ ਚੱਲਦੀ ਪਈ, ਇੱਕ ਵਾਇਰ ਪਾਸ ਹੁੰਦੀ ਪਈ ਜਿਹੜੀ ਟੋਰਸ਼ਨ ਹੈਡ ਦੇ ਥਰੂ ਹੋ ਕੇ ਇਸ ਕੁਆਇਲ ਨੂੰ ਲਟਕਾਏਗੀ। ਯਾਨੀ ਆ ਪੈਨ ਜਿਹੜਾ ਮੇਰਾ ਵਾ, ठीक है, आ पेन मेरे को जेड़ा वा ये मेरी आ एस एच हैंगिंग यानी सस्पेंडेड वायर आ, ठीक है। और इस वायर नु मैं एस एच आ पूरे दी पूरी एक कॉइल दे नाल अटैच कीता, यानी इस तरह इन मैं ऊपरों इथों आ टॉर्शन हेड वर्ड दा मतलब नाल ही जोड़ रहा। ये एक बेसिकली एक तरह दा स्क्रू आ जेड़ा आ मेरे हाथ वकन खुलेगा, इनु ऊपरों मैं टाइट करूंगा जदों ते इने एस एच इस आ जेडी वायर हैंगिंग आ इनु ने इदा करके लटकना बना देना। यानी ये सारे दी सारी मेरी वायर जिहड़ी आ ये एस एच सस्पेंडेड वायर बन जाएगी। इनू ऊपरों सी इस वे ना टॉर्शन हेड ना उहदे स्क्रू ना इनू टाइट कीता हुंदा आपां। क्या इन्नी गल क्लियर? यस सर। Yes, sir. उस तो बाद इहदे नाल जुड़ी आ मेरी कॉइल आ। हुण जदों मेरे कोल एस एच कहंदा जी करंट पास होया, इहदा मतलब इधरों आउटर सर्किट चों T1 तो करंट एंटर होया, इस वायर चों करंट पास होके, ठीक है जी, आ कॉइल च पास होना शुरू हो गया। ते जदों कॉइल च करंट पास होया ते ऑलरेडी असी आ टॉपिक दे अंदर पढ़ लिया कि कॉइल दियां 4 आर्म जड़ियां बननियां, ऊपर नीचे राइट लेफ्ट साइड जड़ियां, इन्हां सारियां आर्म्स ते फोर्सेस लगियां। इन्हां फोर्सेस दे अंडर तुहाडी कॉइल जड़ी आ उहने अपनी पोजीशन तो डिफ्लेक्ट होना, ठीक है। कितनी डिफ्लेक्शन होएगी, कितनी उहने अपनी पोजीशन तो डिफ्लेक्ट होना, डिपेंड करेगा मेरे कोल करंट कितना पास हुंदा पिया। जिन्ना स्ट्रॉन्ग करंट होएगा उन्ना ही एम ज्यादा, क्योंकि एम असी ऊपर 10 कहते हैं NIA, यानी जिन्ना करंट ज्यादा उन्नी मैग्नेटिक डाइपोल मूवमेंट ज्यादा, तो जिन्नी मैग्नेटिक डाइपोल मूवमेंट ज्यादा उन्ना ही टर्निंग इफेक्ट भी ज्यादा। पहलो असी ये कहा कि इस रीजन अंदर सॉफ्ट आयरन कोर रखी आ, उन्ना असी बी नू मैक्सिमम कराया। हुण करंट दी स्ट्रेंथ दे हिसाब नाल मेरे कोल एम आएगा, इहदे अकॉर्डिंगली मेरे कोल कॉइल दे उत्ते टर्निंग इफेक्ट आएगा। इन्नी गल समझ लगी? यस सर। Yes, sir. Yes, sir. मैं ना हद तो ज्यादा जोर ला रहा टॉपिक ਨੂੰ ਸਮਝਾਉਣ ਲਈ, ਹਾਲਾਂਕਿ 5 ਮਿੰਟ ਦਾ ਸੀਗਾ ਤੇ ਵਿੱਚੋਂ ਕੁਝ ਯਾਨੀ ਸਕਿਪ ਹੋ ਰਹੇ ਤੇ ਮੈਂ ਛੱਡਨੇ ਨਹੀਂ ਅੱਜ ਕਿਸੇ ਨੂੰ ਜਿਹੜਾ ਸਕਿਪ ਹੋਏ। ਚਲੋ ਹੁਣ ਅਗਲਾ ਵਰਡ ਹੈਗਾ ਸਮਝਣ ਵਾਲਾ। ਆ M ਪੁਆਇੰਟ ਤੋਂ ਥੱਲੇ ਜਿਹੜੀ ਸਾਰੀ ਵਾਇਰ ਦਿਖਾਣੇ ਪੈਣਾ ਇਹ ਹੈਗੀ ਕਾਪਰ ਦੀ। ਜਿਹੜਾ ਉੱਪਰ ਵਾਲਾ ਹੈਂਗਿੰਗ ਪੋਰਸ਼ਨ ਆ ਤੇ ਜਿਹੜਾ ਇੱਥੇ ਥੱਲੇ ਅਸੀਂ ਹੇਅਰ ਸਪਰਿੰਗ ਲਾਇਆ, ਇਹ ਇੱਕ ਸਪੈਸ਼ਲ ਮਟੀਰੀਅਲ ਤੋਂ ਬਣੇ ਆ, ठीक है। उस मटीरियल नु नाम दवा तुसी नु लिख देने, this material is called as the phosphor bronze material, ठीक है। जेड़ा हेयर स्प्रिंग आ ते जेडी सस्पेंडेड वायर आ है ना, कॉइल ते बनी कॉपर दी, जेडी सस्पेंडेड वायर आ ते जेड़ा आ मेरे कोल एस एच हेयर स्प्रिंग आ। हेयर स्प्रिंग इसलिए कह रहे बहुत पतला स्प्रिंग आ बेटा, ठीक है। ये दोनों चीज़ां जिहड़ियां ने फॉस्फोर ब्रॉन्ज मटीरियल तो बनियां। कहंदा भी इदां क्यों, इसकी की एडवांटेज आ ते +1 दे विच एक चैप्टर सीगा तुहाडा, उन्हां गल जोड़न लग्या बेटा। आपां +1 च एक टॉपिक पढ़िया वा बच्चे,
ठीक है 7th यूनिट ਸੀਗਾ 7th यूनिट ਦੇ ਅੰਦਰ ਤੁਹਾਡੇ ਕੋਲ ਇੱਕ ਟੌਪਿਕ ਆਇਆ ਸੀਗਾ ਟਾਰਕ ਵਾਲਾ 7A ਦੇ ਅੰਦਰ ਚੇਤਾ ਜੋ ਦੱਸਦਾ ਪਿਆ ਕੋਈ ਨਿਆਣਿਓ अच्छा चलो सुनो मैं दसना बेटे आप ये कहने ठीक है ये जो मटीरियल यूज कर रहा है यूज की है कहना आप +1 ਦੇ ਵਿੱਚ 7th ਚੈਪਟਰ 7th यूनिट ਦਾ A ਚੈਪਟਰ ਸੋਲਿਡ ਵਾਲਾ ਸੀ ਉਹਦੇ ਵਿੱਚ ਅਸੀਂ ਇੱਕ ਚੀਜ਼ ਪੜ੍ਹੀ ਹੈ ਬੇਟਾ ਉੱਥੇ ਸਾਡੇ ਕੋਲ ਇਹ ਆਇਆ ਸੀਗਾ ਕਿ ਜਿਹੜਾ ਮੇਰੇ ਕੋਲ ਮਟੀਰੀਅਲ ਇਲਾਸਟਿਕ ਆਫਟਰ ਇਫੈਕਟ ਘੱਟ ਬਣਾਵੇ ਉੱਥੇ ਦੋ ਵਰਡ ਪੜ੍ਹੇ ਸੀਗੇ ਇੱਕ ਸੀਗਾ ਇਲਾਸਟਿਕ ਫਟੀਗ ਇੱਕ ਸੀਗਾ ਇਲਾਸਟਿਕ ਆਫਟਰ ਇਫੈਕਟ ਅਸੀਂ ਉੱਥੇ ਵਰਡ ਇਹ ਯੂਜ਼ ਕਰਦੇ ਸੀ ਜਦੋਂ ਮੈਂ ਕਿਸੇ ਮਟੀਰੀਅਲ ਨੂੰ ਰਿਪੀਟਡਲੀ ਯੂਜ਼ ਕਰਦਾ ਤੇ ਹੌਲੇ ਹੌਲੇ ਉਸ ਮਟੀਰੀਅਲ ਦੇ ਅੰਦਰ ਕੀ ਹੁੰਦਾ ਇਲਾਸਟਿਕ ਫਟੀਗ ਆਂਦੀ ਜਾਂਦੀ ਇਲਾਸਟਿਕ ਫਟੀਗ ਦਾ ਮਤਲਬ ਇਹ ਆ ਉਹ ਮਟੀਰੀਅਲ ਦਾ ਬਿਹੇਵੀਅਰ ਅੱਗੇ ਨਾਲੋਂ ਲੈਸ ਇਲਾਸਟਿਕ ਹੁੰਦਾ ਜਾਏਗਾ ਤੇ ਜਦੋਂ ਉਸ ਮਟੀਰੀਅਲ ਦਾ ਬਿਹੇਵੀਅਰ ਲੈਸ ਇਲਾਸਟਿਕ ਹੁੰਦਾ ਜਾਏਗਾ ਤੇ ਉਸ ਮਟੀਰੀਅਲ 'ਚ ਕੁਝ ਪਰਮਾਨੈਂਟ ਡਿਫਾਰਮੇਸ਼ਨ ਆਏਗੀ ਆਪਾਂ ਐਗਜ਼ਾਮਪਲ ਕੋਡ ਕੀਤੀ ਸੀ ਜਿੱਦਾਂ ਕਿ ਵੀ ਬ੍ਰਿਜ ਬਣਾਉਂਦੇ ਆ ਹੈਂਗਿੰਗ ਬ੍ਰਿਜ ਜਿਹੜੇ ਨੇ ਜਿਹੜੀਆਂ ਤਾਰਾਂ ਨਾਲ ਉਹਨਾਂ ਨੂੰ ਅਸੀਂ ਬੰਨ੍ਹਦੇ ਆ ਸਾਰੇ ਨੂੰ ਹਨਾ ਉਹ ਵਾਇਰ ਜਿਹੜੀਆਂ ਨੇ ਉਹ ਫਾਸਫੋਰ ਬ੍ਰੌਂਜ਼ ਮਟੀਰੀਅਲ ਦੀਆਂ ਕਿਉਂਕਿ ਉਹਦੀ ਐਡਵਾਂਟੇਜ ਇਹ ਆ ਕਿ ਇਸ ਮਟੀਰੀਅਲ ਤੇ ਜਦੋਂ ਭਾਰ ਪਏਗਾ ਠੀਕ ਹੈ ਜੀ ਇਹਨੇ ਆਪਣੀ ਪੋਜੀਸ਼ਨ ਤੋਂ ਡਿਪਰੈਸ ਕਰਨਾ ਜਿੱਦਾਂ ਹੀ ਭਾਰ ਨਿਕਲ ਗਿਆ ਇਮੀਡੀਏਟਲੀ ਇਟ ਰਿਟਰਨ ਬੈਕ ਟੂ ਇਟਸ ओरिजिनल ਪੋਜੀਸ਼ਨ ਵਿਦਆਊਟ ਐਨੀ ਡਿਲੇ ਜੇ ਡਿਲੇ ਹੁੰਦਾ ਜਾਏਗਾ ਤੇ ਹਰ ਵਾਰੀ ਭਾਰ ਦੇ ਨਾਲ ਇਹ ਤਾਰਾਂ ਜਿਹੜੀਆਂ ਜਿਨ੍ਹਾਂ ਨੂੰ ਬੰਨਿਆ ਹੋਇਆ ਉਹ ਤਾਰਾਂ ਲਟਕਦੀਆਂ ਜਾਣੀਆਂ ਠੀਕ ਹੈ ਤੇ ਅਲਟੀਮੇਟ ਇਹ ਬ੍ਰਿਜ ਜਿਹੜਾ ਵਾ ਉਹਦੇ ਕੋਲੈਪਸ ਕਰਨ ਦੇ ਚਾਂਸਸ ਹੋ ਜਾਣਗੇ ਇਹਦਾ ਮਤਲਬ ਆ ਮਟੀਰੀਅਲ ਦਾ ਇਲਾਸਟਿਕ ਆਫਟਰ ਇਫੈਕਟ ਨੂੰ ਰਿਡਿਊਸ ਕਰਨ ਵਾਸਤੇ ਅਸੀਂ ਜਿਹੜਾ ਮਟੀਰੀਅਲ ਇੱਥੇ ਯੂਜ਼ ਕਰਦੇ ਪਏ ਉਹ ਮਟੀਰੀਅਲ ਮੇਰਾ ਜਿਹੜਾ ਵਾ ਉਹ ਫਾਸਫੋਰ ਬ੍ਰੌਂਜ਼ ਮਟੀਰੀਅਲ ਆ ਕਿਉਂਕਿ ਇਹਦਾ ਇਲਾਸਟਿਕ ਆਫਟਰ ਇਫੈਕਟ ਥੋੜਾ ਹੁੰਦਾ ਕਹਿੰਦਾ ਇੱਥੇ ਉਹਦੀ ਕੀ ਲੋੜ ਆ ਤੇ ਬੇਟਾ ਲੋਡ ਇਹ ਆ ਕਿ ਜਦੋਂ ਕਰੰਟ 0 ਤੋਂ 5 ਐਂਪੀਅਰ ਤੇ ਗਿਆ ਤੇ ਇਹਦੇ ਥੱਲੇ ਲੱਗੀ ਕੋਇਲ ਜਿਹੜੀ ਆ ਹਨਾ ਹੁਣ ਇਹਨੂੰ ਮੈਂ ਇਦਾਂ ਕਹਾਂ ਕਿ ਆ ਮੇਰੀ ਕੋਇਲ ਆ ਔਰ ਆ ਇਹਦੇ ਉੱਤੇ ਪੁਆਇੰਟਰ ਲੱਗਿਆ ਹੁਣ ਜਦੋਂ ਮੇਰੀ ਕੋਇਲ ਆਪਣੀ ਥਾਂ ਤੋਂ ਡਿਫਲੈਕਟ ਕੀਤੀ ਇਦਾਂ ਯਾਨੀ ਇਸ ਵਰਟੀਕਲ ਪੋਜੀਸ਼ਨ ਤੋਂ ਇਦਾਂ ਇਹਨੇ ਬੈਂਡ ਕਰਨਾ ਤੇ ਆ ਕੋਇਲ ਬੈਂਡ ਹੋ ਗਈ ਹੁਣ ਜਦੋਂ ਇਹ ਬੈਂਡ ਹੋਈ ਆ ਤੇ ਇਹਨੇ ਵਾਪਸ ਆਪਣੀ ओरिजिनल ਪੋਜੀਸ਼ਨ ਤੇ ਜਾਣਾ ਤੇ ਜੇ ਇਸ ਮੂਵਮੈਂਟ ਤੇ ਇਹ ਚ ਟੈਂਪਰੇਰੀ ਡਿਲੇ ਆਇਆ मतलब करंट मैं देखा 0 तो 5 एंपीयर होया हुण मैं दूजी वारी रीडिंग लैनी सी ते दूजी वारी रीडिंग लैन लगे होया कि आ पॉइंटर 5 तो 0 ते हजे आया ही नहीं वो टाइम ही बहुत लै रहा ते जदों तक पॉइंटर 5 तो 0 वापस जल्दी नहीं आएगा है ना मैं नेक्स्ट रीडिंग नहीं लै सकदा ते इहदा मतलब हो गया इहने वापस अपनी 0 पोजीशन ते आना हुण इत्थे उदां दी किहड़ी गल आ जिहड़ा थल्ले स्प्रिंग लग्या होया इह की करदा जदों तुहाडी आ कॉइल जिहड़ी आ आ कॉइल दे थल्ले स्प्रिंग आ बेटा जदों कॉइल ने डिफ्लैक्ट होना ओदे नाल ही आ स्प्रिंग भी घूम जा ते जदों स्प्रिंग मेरा एस च घूम गया पंजाबी च कहां तो जदों स्प्रिंग मुड़ गया ते स्प्रिंग अपनी ओरिजिनल पोजीशन च आना चाहूगा यस सर Yes, sir. सारे हैगे Yes, sir. Yes, Yes, sir. Yes, sir. Yes, sir. ऑन कर दिया करो चलो सो इस हेयर स्प्रिंग दी एडवांटेज ये होएगी ते दूजा उपरों हैंगिंग पोर्शन दी एडवांटेज ये आ कि जदों कॉइल ने डिफ्लैक्ट होना ते कॉइल ने डिफ्लैक्ट होके हुण उत्थे तां रह नहीं जाना 0 तो 5 एंपीयर ते पॉइंटर गया 5 ते तां रुकेगा नहीं वापस 0 ते आएगा ताकि अगली रीडिंग लवां ਹੁਣ ਉਹਦੇ ਵਾਸਤੇ ਜੇ ਇਹ 0 ਤੋਂ 5 ਜਾ ਕੇ 5 ਤੋਂ ਵਾਪਸ 0 ਆਣ ਲੱਗੇ ਲੌਂਗ ਟਾਈਮ ਇੰਟਰਵਲ ਲੈ ਰਿਹਾ ਤੇ ਉਹਨੇ ਟਾਈਮ ਤੱਕ ਤੁਸੀਂ ਡਿਵਾਈਸ ਨੂੰ ਯੂਜ਼ ਨਹੀਂ ਕਰ ਸਕਦੇ ਇਸ ਟੈਂਪਰੇਰੀ ਡਿਲੇ ਨੂੰ ਜੇ ਮੈਂ ਖਤਮ ਕਰਨਾ ਤਾਂ ਉਹ ਕਹਿੰਦਾ ਜੀ ਆ ਜਿਹੜਾ ਸਪਰਿੰਗ ਬਣਾਓ ਤੇ ਜਿਹੜਾ ਹੈਂਗਿੰਗ ਪੋਰਸ਼ਨ ਆ ਜਿਨ੍ਹਾਂ ਕੋਇਲ ਲਟਕਦੀ ਪਈ ਆ ਇਹ ਉਸ ਟਾਈਪ ਦੇ ਮਟੀਰੀਅਲ ਤੋਂ ਬਣੇ ਜਿਹਦਾ ਐਸ ਸੱਚ ਮੇਰੇ ਕੋਲ ਇਲਾਸਟਿਕ ਆਫਟਰ ਇਫੈਕਟ ਜਿਹੜਾ ਵਾ ਉਹ ਮਿਨੀਮਮ ਹੋ ਤੇ ਫਾਸਫੋਰ ਬ੍ਰੌਂਜ਼ ਮਟੀਰੀਅਲ ਤੇ ਦੂਜਾ ਅਸੀਂ ਮਟੀਰੀਅਲ ਲਿਖੀਏ ਉਹਨੂੰ ਅਸੀਂ ਨਾਮ ਦੇ ਦਿੰਦੇ ਕੁਆਰਟਜ਼ ਮਟੀਰੀਅਲ ठीक है मौका मिले तो अपनी +1 दी 7 बुक खोल के 7th यूनिट का ए चैप्टर ते टॉपिक इलास्टिक आफ्टर इफेक्ट उन्होंने पढ़ियो तो उत्थे भी यही सेम क्वेश्चन लिखा मिल जाएगा
ठीक है। ਉੱਥੇ ਅਸੀਂ ਇਹਦਾ ਰੀਜ਼ਨ ਦੇ ਉੱਥੇ ਵੀ ਇਹ ਗੱਲ ਅਸੀਂ ਕੀਤੀ ਹੋਈ ਆ ਕਿ ਵੀ ਇਹਨਾਂ ਮਟੀਰੀਅਲ ਦਾ ਇਲਾਸਟਿਕ ਆਫਟਰ ਇਫੈਕਟ ਥੋੜਾ ਹੋਣ ਕਰਕੇ ਇਹਨਾਂ ਮਟੀਰੀਅਲਸ ਨੂੰ ਅਸੀਂ ਸਸਪੈਂਡ ਮੂਵਿੰਗ ਕੋਇਲ ਗਲਵੈਨੋਮੀਟਰ ਦੇ ਅੰਦਰ ਸਸਪੈਂਡਿੰਗ ਵਾਇਰ ਵਾਸਤੇ ਯੂਜ਼ ਕਰਦੇ ਆ। क्या गल समझ लगी बच्चे? Yes, sir. Yes, sir. Yes, sir. इन्ना क्लियर आ ते चार लाइनां च मैथमेटिकल आप ओदी गल शुरू करांगे। हुण इथों खत्म कर रहे हैं। हुण फॉस्फोर ब्रॉन्ज मटीरियल दा जिहड़ा स्प्रिंग आ ये डिफ्लैक्ट हो गया, पंजाबी च कहां ते मुड़ गया। हुण इस तो बाद करंट जिहड़ा वा वो इथों T2 तो होके बाहर निकल गया, यानी करंट T1 तो आके T2 तो बाहर चला गया। तो इन्हें अपनी कॉइल की डिफ्लैक्शन की हैल्प नाल मैनूं दस दिता करंट कितना। हुण करंट मैं नोट कित्थों करा, मेरे कोल इह च कित्थे पॉइंटर सिस्टम हैगा ते ओहदे लई असीं इत्थे एक वर्ड बोलिया लैंप मिरर ते स्केल अरेंजमेंट। समझियो गल ध्यान नाल, लास्ट चीज रह गई सिर्फ। हुण जिहड़ा लैंप मिरर ते अरेंजमेंट आ एक हाइपोथेटिकल मैथड आ समझाउण दा कि भी इत्थे एक लैंप लगी हुई आ पेन मेरा लैंप हो गया, इत्थे मान लो एक स्केल लगी हुई 0 1 2 3 4 सारी स्केलिंग की हुई असी ते आ सामने इत्थे लाइट आ। हुण होया कि शुरू च इथों लाइट इहदे ते वज रही सी, इथों लाइट दी रिफ्लैक्शन जिहड़ी स्केल ते इत्थे आ रही सी, मान लो वो रिफ्लैक्शन 0 पॉइंट ते आ। हुण आ जिहड़ा मेरे कोल लैंप वाला अरेंजमेंट आ मिरर वाला, ये मेरे कोल मिरर वाली तार जिहड़ी आ है ना, ये मेरी कॉइल नाल जुड़ी। हुण जदों कॉइल मेरी डिफ्लैक्ट होई ते इथों मिरर भी घुम गया। वो कहता होएगा ये कि जेड़ी लाइट इत्थे पै रही सी जदों इस मिरर दा मुंह घुमिया ते इस पॉइंट ते लाइट पै के रिफ्लैक्शन जेड़ी इत्थे पहलों 0 पॉइंट ते सीगी वो रिफ्लैक्शन 0 तो 5 वालू या 2 वाली या 3 वाली या 10 वाल मूव कर जू। Yes, sir. Yes, sir. Yes, sir. आ पॉइंटर आ, ठीक है ना, आ पॉइंटर एक तरह स्केल दा 0 पॉइंट दिखा रहा ते जदों इथों अपने कोल करंट पास होया ते अपनी हैंगिंग वायर घुम गई, कॉइल घुम गई, ओदे नाल ही ये पॉइंटर 0 तो इत्थे किते पॉइंट ते चला गया। हुण इहदी हेल्प ना कि जिहड़ी एसएच मिरर दे विच लैंप दी रिफ्लैक्शन आ वो कितना शिफ्ट हुई, असी मिरर दी रिफ्लैक्शन दी हेल्प ना असी इनडायरेक्ट मैथड ना इस इहदे विच कैलकुलेट करदे सी कि करंट कितना। जिद्दां मैं एक जस्ट एग्जांपल दे रहा, मान लो मैं कहां स्केल ते 2 पॉइंट जिहड़ा वा रिफ्लैक्शन शिफ्ट हुई ते मैं कहां जी अजमल मान लो 2 एम्पीयर करंट आ, ठीक है। जे मान लो मैं ये कहदा कि भी 2 पॉइंट शिफ्ट हुई तो तुसीं मनदे कि भी 1 पॉइंट दी शिफ्टिंग ना 0.5 एम्पीयर करंट आ, ये मैं 2 पॉइंट दी शिफ्टिंग ना 1 एम्पीयर करंट हो गया। ਇਹਦਾ मतलब ये होया कि करंट डायरेक्ट नहीं मेजर हो रहा, करंट ਨੂੰ मेजर करते पे इन टर्म ऑफ मूवमेंट ऑफ रिफ्लैक्ट इमेज कहना जी ऑफ द लैंप। फिर रिपीट कर रहा कि करंट डायरेक्ट जिदा आ स्केल की हेल्प नाल मेजर हुंदा इदां नहीं मेजर हो रहा। इत्थे करंट नूं मेजर करन दा मैथड ये आ कि भी इत्थे जिहड़ी स्केल दे उत्ते स्केल दे उपर जिहड़ी मेरे कोल एसएच मिरर तो रिफ्लैक्शन आंदी पई सी वो कितना शिफ्ट होई आ। तुसीं बेसिकली रिफ्लैक्शन दी शिफ्टिंग नोट कीती है ते असीं ओदी फॉर्म दे विच फिर दस दे कि भी इन्नी शिफ्टिंग होवे तां इन्ना करंट आ, इन्नी शिफ्टिंग होवे तां इन्ना करंट आ। यानी दैट इज वन ऑफ द इनडायरेक्ट मेथड टू डिटरमिन द कहना जी रिफ्लेक्शन। क्या गल समझ आई? Yes, sir. Yes, sir. Yes, sir. ओए बोर ना हो जियो ते सुस्त ना हो जियो, ये थ्योरेटिकल टॉपिक सीगा हुण तक जिन्ना दसिया। मैथमेटिकल मैं बार-बार कह रहा हूं 4 लाइनां लिखण जानियां। क्या इन्नी गल समझ लगी आ? Yes, sir. Yes, sir. हाँ जी sir. Yes, sir. ਤੇ ਇਸ ਮੂਵਮੈਂਟ ਤੇ ਲਾਸਟ ਵਰਡ ਲੈ ਰਿਹਾ ਹਾਂ। ਸੋ ਇਸ ਲੈਂਪ ਮਿਰਰ ਤੇ ਸਕੇਲ ਅਰੇਂਜਮੈਂਟ ਜਿਹਦੀ ਹੈਲਪ ਦੇ ਨਾਲ ਅਸੀਂ ਕੀ ਕਰਦੇ ਸੀ, ਇਨਡਾਇਰੈਕਟ ਮੈਥਡ ਨਾਲ ਕਰੰਟ ਨੋਟ ਕਰਦੇ ਸੀ ਨਾ, ਅਸੀਂ ਫਿਰ ਇਹਦੀ ਮੋਡੀਫਾਈਡ ਫਾਰਮ ਬਣਾ ਲਈ। ਇਹਦੀ ਮੋਡੀਫਾਈਡ ਫਾਰਮ ਨੂੰ ਅਸੀਂ ਨਾਮ ਦਿੰਦੇ ਵੈਸਟਰਨ ਟਾਈਪ ਗਲਵੈਨੋਮੀਟਰ। ਉਹਦੇ ਅੰਦਰ ਸਿਰਫ ਅਸੀਂ ਆ ਕੀਤਾ ਕਿ ਵੀ ਜਿਹੜੀ ਆਪਣੀ ਕੋਇਲ ਹੈਗੀ ਨਾ ਉਹ ਕੁਝ ਆਪਾਂ ਰੈਕਟੈਂਗੂਲਰ ਕੋਇਲ ਦੇ ਉੱਪਰ ਪੁਆਇੰਟਰ ਫਿਕਸ ਕਰ ਲਿਆ ਤੇ ਨਾਲ ਇੱਥੇ ਅਸੀਂ ਇੱਕ ਕੈਲੀਬ੍ਰੇਟਡ ਸਕੇਲ ਲੈ ਲਈ। ਕੈਲੀਬ੍ਰੇਟਡ ਮੀਨ ਸਟੈਂਡਰਡਾਈਜ਼ਡ ਸਕੇਲ ਲੈ ਲਈ ਕਿ ਵੀ ਜਦੋਂ ਇਹਨੇ 1 ਡਿਗਰੀ ਸ਼ਿਫਟ ਕਰਨਾ, ਮਤਲਬ ਜਿਹਦਾ ਪੁਆਇੰਟਰ ਆ 0 ਤੋਂ ਮੰਨ ਲਓ ਇੱਥੇ ਆਵੇ ਹੈ ਨਾ, ਤੇ ਆਪਾਂ ਐਸਐਚਏ ਨੋਟ ਕਰ ਲਿਆ ਕਿ 1 ਡਿਗਰੀ ਮਤਲਬ 1 ਐਂਪੀਅਰ, 2 ਡਿਗਰੀ ਮਤਲਬ 2 ਐਂਪੀਅਰ। ਉਹਦੇ ਅਕੋਰਡਿੰਗਲੀ ਅਸੀਂ ਇੱਥੇ ਸਕੇਲ ਫਿੱਟ ਕਰ ਲਈ ਬੇਟਾ, ਉਹਨੂੰ ਅਸੀਂ ਕਹਿੰਦੇ ਕੈਲੀਬ੍ਰੇਟਡ ਸਕੇਲ। सो ਜਿਹੜਾ ਵੈਸਟਰਨ ਟਾਈਪ ਗਲਵੈਨੋਮੀਟਰ ਆ ਉਹ ਸ਼ਾਰਟ ਨੋਟ ਹੀ ਆ। ਇਸੇ ਟੌਪਿਕ ਤੋਂ ਬਾਅਦ ਜਾ ਕੇ ਇਹਦੀ ਮੋਡੀਫਾਈਡ ਫਾਰਮ ਆ ਕਿ ਜਿਹੜੀ ਇਹਦੇ ਅੰਦਰ ਅਸੀਂ ਡਿਫਲੈਕਸ਼ਨ ਨੋਟ ਕਰਨੀ ਸੀ, ਉਸ ਡਿਫਲੈਕਸ਼ਨ ਨੂੰ ਨੋਟ ਕਰਨ ਵਾਸਤੇ
ਅਸੀਂ ਇਹਦੇ ਵਿੱਚ ਇੱਕ ਪॉइंटर ਤੇ ਇੱਕ ਕੈਲੀਬ੍ਰੇਟਡ ਸਕੇਲ ਜਿਹੜੀ ਆ ਉਹ ਨਾਲ ਅਟੈਚ ਕਰ ਦਿੱਤੀ। ਕੀ ਗੱਲ ਸਮਝ ਲੱਗੀ? ਹਾਂਜੀ ਸਰ। Yes, sir. Yes, sir. Yes, sir. बुक के हिसाब नाल चला ते हार्डली 2 पेजां दा टॉपिक सीगा, पर इंपॉर्टेंट टॉपिक आ 3rd यूनिट दे अंदर, क्योंकि साइक्लोट्रॉन डिलीट हो चुका, इसलिए जे लॉन्ग आंसर क्वेश्चन 3rd A 3rd B च मिला के कोई बनदा सीधा सीधा पूरा वो ए बनदा फिर अपना। क्या इना क्लियर? हाँ जी सर। Yes, sir. Yes, sir.